ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾਲ ਮਿਲ ਕੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 ਨਵੰਬਰ 2016 19 ਕੱਤਕ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜੇ ਅੱਜ ਦੇ ਅਹਿਮ ਇਸ਼ੂ ਹੈਗੇ ਨੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ? ਪਿਛਲੇ ਲਗਭਗ 4 ਦਿਨ ਤੋਂ ਅਸੀਂ ਲਗਾਤਾਰਤਾ ਨਾਲ 31 ਅਕਤੂਬਰ ਔਰ ਨਵੰਬਰ ਦੀ ਨਸਲਕੁਸ਼ੀ ਦੀ ਗੱਲਬਾਤ ਜਾਰੀ ਰੱਖ ਰਹੇ ਜੀ। ਪਿਛਲੇ ਸੈਗਮੈਂਟਸ ਦੇ ਵਿੱਚ ਕਿਸ ਤਰੀਕੇ ਨਾਲ ਰਾਜੀਵ ਗਾਂਧੀ ਨੇ ਰੋਲ ਅਦਾ ਕੀਤਾ ਔਰ ਕਾਂਗਰਸ ਲੀਡਰਸ ਦੀ ਕਿਵੇਂ ਸ਼ਮੂਲੀਅਤ ਰਹੀ ਥਰੂ ਆਊਟ, ਖਾਸ ਤੌਰ ਤੇ ਕਾਂਗਰਸ ਰੂਲਡ ਸਟੇਟਸ, ਪਰ ਕੁੱਲ ਮਿਲਾ ਕੇ ਭਾਰਤ ਭਰ ਦੇ ਵਿੱਚ ਉਹਨਾਂ ਇਹ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੋਈ। ਪਰ ਇੱਕ ਆਸਪੈਕਟ ਜਿਸ ਬਾਰੇ ਮੈਂ ਅੱਜ ਦੇ ਸੈਗਮੈਂਟ ਨੂੰ ਚੁਣਿਆ, ਕਿਉਂਕਿ ਬਹੁਤ ਵਾਰ ਹੁਣ ਜਦੋਂ ਕਿ ਬਾਦਲ ਦੀ ਯਾਰੀ ਜਿਹੜੀ ਬੀਜੇਪੀ ਨਾਲ ਪੁਰਾਣੀ ਹੈ, 50 ਸਾਲ ਪੁਰਾਣੀ ਹੈ, ਜਦੋਂ ਭਾਰਤੀ ਜਨਸੰਘ ਸੀ ਉਦੋਂ ਵੀ ਇਹ ਉਹਨਾਂ ਦਾ ਸਹਿਯੋਗੀ ਸੀ। ਹੁਣ ਫਰਵਰੀ ਚੋਣਾਂ ਨੂੰ ਲੈ ਕੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਮੁੱਦਾ ਬਣਾ ਕੇ ਕਿ ਜੀ ਕਾਂਗਰਸ ਨੇ ਇਹ ਕੀਤਾ ਤੇ ਉਹ ਕੀਤਾ, ਇਸ ਗੱਲ ਨੂੰ ਉਭਾਰਿਆ ਜਾ ਰਿਹਾ ਜਿਵੇਂ RSS ਜਾਂ BJP ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਬਿਲਕੁਲ ਪਾਕ ਹੋਏ। ਹਾਲਾਂਕਿ ਹਕੀਕਤ ਇਹ ਹੈ ਜਿਹੜੀ ਅਕਸਰ ਅਸੀਂ ਸਮੇਂ-ਸਮੇਂ ਜ਼ਿਕਰ ਕਰਦੇ ਰਹਿੰਦੇ ਹਾਂ ਕਿ ਕਿਵੇਂ ਇੰਦਰਾ ਗਾਂਧੀ ਨੂੰ ਇੱਕ ਜਿਹੜੀ ਕਿ ਮੈਂਟਲੀ ਜਿਹੜੀ ਸ਼ੁਰੂ ਤੋਂ ਇੱਕ ਪ੍ਰੋਬਲਮ ਚਾਈਲਡ ਔਰ ਡਿਕਟੇਟਰਾਨਾ ਰੁਚੀਆਂ ਦੀ, ਉਹਨੂੰ ਇਸ ਕਦਰ ਫੈਲਾ ਦੇਣਾ ਜਾਂ ਉਸ ਨੂੰ ਇਸ ਕਦਰ ਈਗੋ ਬੈਲੂਨ ਬਣਾ ਦੇਣਾ, ਇਸ ਦੇ ਪਿੱਛੇ ਅਟਲ ਬਿਹਾਰੀ ਵਾਜਪਾਈ ਜਿਹੜਾ ਕਿ ਬੜਾ ਮੋਡਰੇਟ ਮੰਨਿਆ ਜਾਂਦਾ ਸੀ ਬੀਜੇਪੀ ਦੇ ਲੀਡਰਾਂ 'ਚ, ਉਹ ਉਹੀ ਸੀ ਜਿਹਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਸੀ ਔਰ ਉਸਨੇ ਕਿਹਾ ਸੀ ਕਿ ਇਹ ਤਾਂ ਦੁਰਗਾ ਮਾਤਾ ਦਾ ਅਵਤਾਰ ਹੈ। ਔਰ ਇੰਦਰਾ ਗਾਂਧੀ ਨੇ ਵੀ ਰੈਸੀਪ੍ਰੋਕੇਟ ਕਰਦਿਆਂ 1971 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਜਦੋਂ ਕਿ 90,000 ਦੇ ਕਰੀਬ ਪਾਕਿਸਤਾਨੀ ਸੋਲਜਰ ਔਰ ਸਟਾਫ ਪ੍ਰਿਜ਼ਨਰ ਆਫ ਵਾਰ ਬਣੇ तो उन्हें कहा सी कि 1000 साल का बदला ले लिया गया है। और ये जदों तुसीं इन्हां दोनों संबंधां नूं देखदे हो, हालां एमरजेंसी उस तो बाद लगदी है और RSS अज जिहड़ा कि बाकियां नूं देश भगत दी थां ते देश धरोही बना रहा और खुद उहदा क्रेडिट लै रहा कि सब कुछ असीं कीता है। एमरजेंसी दे पीरीयड च भी किवें गोलवलकर जिहड़ा कि जेल दे अंदर सी माफ़ी मंग के बाहर निकलण वांग इंदिरा गांधी की सराहता दे विच उन्हां ने जिहड़े ने अंदरों चिट्ठियां लिखियां और की रोल रहा है एक वखरा पार्ट है। लेकिन असीं देखते हैं कि किस लैवल तक अंडरस्टैंडिंग सी RSS दी और इंदिरा गांधी दी जिहड़ी सिख नस्लकुशी दी नीति है, इस दी उदाहरण असीं पहलां ईवन अडवानी जदों दी असीं किताब देखते हैं तो उहदे च भी उहने कहा कि जी मैं ही इंदिरा गांधी नूं प्रवोक कीता पार्लीमेंट च कि भी वो हमला करे। बीजेपी ने जिस दिन हमला होंदा है मता पास किया कि ये तो 6 महीने पहले होना चाहिए था जी। और RSS दे वॉलंटियर्स और उन्हां दे जिहड़े दूसरियां ने नवंबर 84 दी नस्लकुशी च की रोल अदा किया है। और ये RSS जिहड़ा एक पासे इस्लाम, क्रिश्चियनिटी और जूडाइज़म, इन्हां नूं फॉरन रिलीजन कहंदे ने कि जी ये बाहर दी धरती तो आए। सिखां नूं ये कहंदे ने सिख बौद्धी जैनी ये इंਡੀਜਨਸ ने, साडे हिंदू समाज दा हिस्सा ने। पर सिख नस्लकुशी दे विच इन्हां दा रोल जदों नस्लकुशी चल रही सी और नस्लकुशी तो बाद भी इन्हां दी अज तक की अप्रोच है, क्योंकि RSS कोई आम सियासी जमात नहीं है जिहड़ा कि कोई एक बयान देगा और बस अगला बयान कोई होर होएगा। इन्हां दी एक वैल थॉट ऑफ पहुंच हुंदी है, पूरा इन्हां दा योजनाबद्ध कामकार दा ढंग हुंदा है और इन्हां दे विच जिहड़े इन्हां दे विचारक ने, आइडियालॉग ने, उन्हां दा बहुत वड्डा रुतबा हुंदा है। कदे बलराज मधोक इन्हां दा आइडियालॉग सी, फिर गोविंदाचार्य रहा है और 80वें दे विच जिहड़ा एक बहुत जिहड़ा अल्टीमेटली ये मन्निया जांदा सी कि जिहड़ी गल ओह मूंहों कढदा है ये RSS दी नीति है, ਉਹ ਸੀ नाना जी देशमुख। ਹੁਣ नाना देशमुख ਜਿਹੜਾ ਹੈ ਇਹ ਕਿਸ ਕਦਰ ਸਿੱਖ ਨਸਲਕੁਸ਼ੀ ਨੂੰ ਜਸਟੀਫਾਈ ਨਹੀਂ ਕਰਦਾ। ਇਸ ਨਸਲਕੁਸ਼ੀ ਤੋਂ ਜਦੋਂ ਇਹ ਨਸਲਕੁਸ਼ੀ ਚੱਲ ਰਹੀ ਹੈ, ਕਿਉਂਕਿ ਜਿਵੇਂ ਅਸੀਂ ਦੱਸਿਆ ਸੀ ਕਿ 8 ਨਵੰਬਰ ਨੂੰ 1984 ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਜਿਸ ਦਿਨ
ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਬਾਹਰਲੇ ਸਾਰੇ ਸੂਬਿਆਂ ਦੇ ਗੁਰਦੁਆਰਿਆਂ ਦੇ ਵਿੱਚ ਹਮਲਿਆਂ ਦਾ ਸ਼ਿਕਾਰ ਬਣਾਇਆ ਜਾਣਾ ਸੀ ਔਰ 31 ਅਕਤੂਬਰ ਨੂੰ ਕੰਮ ਇੰਦਰਾ ਗਾਂਧੀ ਦਾ ਹੋ ਗਿਆ। ਇਸ ਕਰਕੇ ਉਸ ਪੈਮਾਨੇ ਤੇ ਨਸਲਕੁਸ਼ੀ ਨਹੀਂ ਹੋ ਸਕੀ। 25-30 ਹਜ਼ਾਰ ਸਿੱਖ ਮਾਰੇ ਨੇ, ਲੇਕਿਨ ਇਹ ਨੰਬਰ ਜਿਹੜਾ ਹੈ ਇਹ ਲੱਖਾਂ ਦੇ ਵਿੱਚ ਵੀ ਹੋ ਸਕਦਾ ਸੀ ਜੇ ਇਹ ਆਪਣੇ ਟਾਈਮ ਤੇ। ਹੁਣ ਆਰਐਸਐਸ ਦਾ ਇਸ ਪੀਰੀਅਡ 'ਚ ਕੀ ਪਾਰਟ ਰਿਹਾ ਔਰ ਇਹ ਜਿਹੜਾ ਦੂਸਰਾ ਹਿੱਸਾ ਵੀ ਹੋਏਗਾ, ਇਹਦੇ 'ਚ ਆਰਐਸਐਸ ਕਿਵੇਂ ਇਨਵੋਲਵ ਹੋਏਗੀ ਕਿ ਨਾਨਾ ਦੇਸ਼ਮੁਖ ਨੇ 8 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 8 ਨਵੰਬਰ 1984 ਨੂੰ ਇੱਕ ਡਾਕੂਮੈਂਟ ਰਿਲੀਜ਼ ਕੀਤਾ, ਜਿਹੜਾ ਡਾਕੂਮੈਂਟ ਸਾਰੇ ਪ੍ਰੋਮੀਨੈਂਟ ਔਰ ਇਹ ਪੀਰੀਅਡ ਹੈ ਅਜੇ ਨਸਲਕੁਸ਼ੀ ਚੱਲ ਰਹੀ ਸੀ ਔਰ 8 ਵਾੜਾ ਜਿਹੜਾ ਉਸ ਦਿਨ ਨੂੰ ਹੀ ਇਸ ਨੇ ਆਧਾਰ ਬਣਾ ਕੇ 8 ਨਵੰਬਰ ਨੂੰ ਹੀ ਉਹਦੇ ਥੱਲੇ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਜਯੰਤੀ ਜਾਂ ਗੁਰੂ ਨਾਨਕ ਡੇ, ਇਸ ਕਿਸਮ ਦਾ ਕੁਛ ਹੈ। ਮੈਂ ਬਾਅਦ ਦੇ ਵਿੱਚ ਦੇਖਦਾ ਵੀ ਇਸ ਦੇ ਥੱਲੇ ਗੁਰੂ ਨਾਨਕ ਦਿਵਸ ਨਵੰਬਰ 8 1984 ਨਾਨਾ ਦੇਸ਼ਮੁਖ ਜੀ, ਔਰ ਇਹ ਸਾਰੇ ਪ੍ਰੋਮੀਨੈਂਟ ਪੋਲੀਟੀਸ਼ੀਅਨਸ ਨੂੰ ਸਰਕੂਲੇਟ ਕੀਤਾ ਗਿਆ। ਔਰ ਫਿਰ ਇੱਕ ਹਿੰਦੀ ਦਾ ਰਸਾਲਾ ਪ੍ਰਤੀਪਕਸ਼ ਛਪਦਾ ਸੀ ਉਹਨਾਂ ਦਿਨਾਂ 'ਚ, ਜਿਸ ਨੂੰ ਜਾਰਜ ਫਰਨਾਂਡਿਸ ਜਿਹੜਾ ਡਿਫੈਂਸ ਮਿਨਿਸਟਰ ਵੀ ਰਿਹਾ ਔਰ ਆਰਐਸਐਸ ਦੇ ਵੀ ਨੇੜੇ ਰਿਹਾ, ਇਹ ਬਿਹਾਰ ਦਾ ਸ਼ਾਇਦ ਈਸਾਈ ਹੈ, ਲੇਕਿਨ ਆਰਐਸਐਸ ਜਾਂ ਹਿੰਦੂਤਵਾ ਵਾਜਪਾਈ ਦੀ ਸਰਕਾਰ 'ਚ ਵੀ ਡਿਫੈਂਸ ਮਿਨਿਸਟਰ ਸੀ। ਪ੍ਰਤੀਪਕਸ਼ ਨੇ ਇਸ ਨੂੰ ਜਿਹੜਾ ਹਿੰਦੀ ਦੇ ਵਿੱਚ ਛਾਪਿਆ ਸੀ ਔਰ ਨਵੰਬਰ 25 ਦੇ ਐਡੀਸ਼ਨ ਦੇ ਵਿੱਚ। ਔਰ ਅਸੀਂ ਜਦੋਂ ਇਸ ਡਾਕੂਮੈਂਟ ਦੇ ਉੱਤੇ ਇਹ ਸਾਰਾ ਸੈਗਮੈਂਟ ਅੱਜ ਅਸੀਂ ਕਰਾਂਗੇ, ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਰਐਸਐਸ ਨੇ ਇਸ ਨਸਲਕੁਸ਼ੀ ਦੇ ਵਿੱਚ ਜਾਂ ਓਵਰਆਲ ਜੋ ਸਿੱਖਾਂ ਦੇ ਖਿਲਾਫ ਅੱਜ ਚੱਲ ਰਿਹਾ ਹੈ ਜਾਂ ਪਿਛਲੇ ਸਾਰੇ ਸਮੇਂ 'ਚ ਚੱਲ ਰਿਹਾ ਹੈ, ਕਿਵੇਂ ਇੰਦਰਾ ਗਾਂਧੀ ਦੀ ਜਿਹੜੀ ਜੇ ਕੋਈ ਲੀਡਿੰਗ ਲਾਈਟ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੇ ਕਾਂਗਰਸ ਦੇ ਥੱਲੇ ਇਸ ਕਿਸਮ ਦੇ ਨਰਸੰਹਾਰ ਹੋਏ, ਨਸਲਕੁਸ਼ੀਆਂ ਹੋਈਆਂ, ਅਸੀਂ ਦੇਖਦੇ ਹਾਂ ਕਿ ਕਾਂਗਰਸ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਹੀ 8 ਫਰਵਰੀ 1983 ਨੂੰ ਨੈਲੀ, ਇਹ ਨਾਓਗਾਂਵ ਡਿਸਟ੍ਰਿਕਟ ਹੈ ਆਸਾਮ ਦਾ, ਉਹਦੇ 'ਚ ਹਜ਼ਾਰਾਂ ਮੁਸਲਮਾਨ ਜਿਨ੍ਹਾਂ 'ਚ ਬੱਚੇ ਔਰਤਾਂ ਸ਼ਾਮਲ ਸੀ, ਜੋ ਨਵੰਬਰ 84 'ਚ ਹੋਇਆ, ਇਹ 8 ਫਰਵਰੀ 1983 ਨੂੰ ਜਿਹੜਾ ਨੈਲੀ ਦੇ ਵਿੱਚ ਕੀਤਾ ਗਿਆ ਸੀ। ਫਿਰ 84 ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਕਿਵੇਂ ਇਹ ਗੱਲ ਜਾਰੀ ਰਹੀ। ਰਾਜੀਵ ਗਾਂਧੀ ਦੇ ਵੇਲੇ ਵੀ 22 ਮਈ 1987 ਨੂੰ ਇੱਕ ਪਲਾਟੂਨ ਜਿਹੜੀ ਇਹਨਾਂ ਦੀ ਸੀ ਪੀਐਸਸੀ ਕਨਸਟੇਬਲਰੀ ਦੀ, ਉਹਨਾਂ ਨੇ ਮੇਰਠ ਦੇ ਹਾਸ਼ਮਪੁਰੇ ਚੋਂ 42 ਮੁਸਲਮਾਨਾਂ ਨੂੰ ਚੁੱਕ ਕੇ ਘਰਾਂ ਚੋਂ ਬਾਹਰ ਲਿਆ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਮਾਰ ਕੇ ਔਰ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਜੋ ਕੁਝ ਬਾਬਰੀ ਮਸਜਿਦ ਤੋਂ ਬਾਅਦ ਹੋਇਆ, ਕੱਲਾ ਅਯੁੱਧਿਆ ਜਾਂ ਬੰਬਈ ਜਾਂ ਦੂਜੇ 'ਚ ਨਹੀਂ, ਹਰ ਪਾਸੇ। ਸੋ ਇਹ ਜਿਹੜਾ ਔਰ ਨਵੰਬਰ 84 ਦਾ ਜਿਸ ਕਿਸਮ ਦਾ ਪੂਰਾ ਆਰਗੇਨਾਈਜ਼ਡ ਕਾਰਨੇਜ ਹੈ ਸਿੱਖਾਂ ਦਾ, ਇਹ ਰੈਗ ਟੈਗ ਕਰਾਊਡ ਪੋਲੀਟੀਸ਼ੀਅਨ ਵੀ ਇਕੱਠੇ ਕਰ ਲੈਣ, ਜਿਵੇਂ ਕਾਂਗਰਸ ਦਿਆਂ ਨੇ HKL ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ। ਔਰ ਇਸ ਦਾ ਜਿਹੜਾ ਇਸ ਦੇ ਉੱਤੇ ਬੜਾ ਅੱਛਾ ਇੱਕ ਆਰਟੀਕਲ ਵੀ ਸੀ ਕਿ ਵੀ ਇਸ ਕਿਸਮ ਦਾ ਜਿਹੜਾ ਆਰਗੇਨਾਈਜ਼ਡ ਨੈਟਵਰਕ ਆ ਉਹ ਆਰਐਸਐਸ ਦਾ ਹੈਗਾ। ਔਰ ਆਰਐਸਐਸ ਦਾ ਜਿਹੜਾ ਰੋਲ ਹੈ ਉਹ ਬਹੁਤ ਹੱਦ ਤੱਕ, ਬੇਸ਼ੱਕ ਜਿਹੜੇ ਕੁਝ ਹੂ ਆਰ ਗਿਲਟੀ ਰਿਪੋਰਟਾਂ ਛਪੀਆਂ, ਉਹਨਾਂ ਦੇ ਵਿੱਚ ਕੁਝ ਆਰਐਸਐਸ ਦੇ ਬੰਦੇ ਸੀ ਜਿਨ੍ਹਾਂ ਦੇ ਕੇਸ ਬਾਅਦ ਦੇ ਵਿੱਚ ਕਢਵਾ ਲਏ ਗਏ, ਪਰ ਇਹ ਡਾਕੂਮੈਂਟ ਜਿਹੜਾ ਨਾਨਾ ਦੇਸ਼ਮੁਖ ਨੇ ਜਾਰੀ ਕੀਤਾ ਇਹ ਦੱਸਦਾ ਕਿ ਕਿਵੇਂ ਇਹ ਆਰਐਸਐਸ ਦਾ ਮਾਸਟਰਮਾਈਂਡ ਸੀ ਔਰ ਇੰਦਰਾ ਗਾਂਧੀ ਨਾਲ ਇਨ ਕਾਹੂਟਸ ਆਰਐਸਐਸ ਕੰਮ ਕਰ ਰਿਹਾ ਸੀ। ਔਰ ਇਸ ਡਾਕੂਮੈਂਟ ਦਾ ਜਿਹੜਾ ਸਿਰਲੇਖ ਹੈ ਮੋਮੈਂਟਸ ਆਫ ਸੋਲ ਸਰਚਿੰਗ ਸਿੱਖਾਂ ਲਈ ਹੈ ਕਿ ਵੀ ਤੁਹਾਨੂੰ ਆਪਣੀ ਜਿਹੜੀ ਹੈ ਪੜਚੋਲ ਕਰਨ ਦੀ ਲੋੜ, ਪੜਤਾਲ ਕਰਨ ਦੀ ਲੋੜ, ਆਪਣੇ ਆਪ ਨੂੰ ਜਿਹੜਾ ਹੈ ਉਹ ਇਸ ਬਾਰੇ ਸੋਚਣ ਦੀ ਲੋੜ। ਮੋਮੈਂਟਸ ਆਫ ਸੋਲ ਸਰਚਿੰਗ। ਇੰਦਰਾ ਗਾਂਧੀ, ਇਹ ਹੁਣ ਬਿਲਕੁਲ ਨਾਨਾ ਦੇਸ਼ਮੁਖ ਦੇ ਸ਼ਬਦ ਨੇ, Indira Gandhi ultimately did secure a permanent place at the doorsteps of history as a great martyr. ਕਹਿੰਦੇ ਵੀ ਇੰਦਰਾ ਗਾਂਧੀ ਨੇ ਪੱਕਾ ਥਾਂ ਬਣਾ ਲਿਆ ਮਹਾਨ ਸ਼ਹੀਦ ਦੇ ਤੌਰ ਤੇ ਇਤਿਹਾਸ ਦੇ ਕਦਮਾਂ ਦੇ ਵਿੱਚ। ਜੀ। With her dynamism born out of her fearlessness and dexterity, she was able to take the country forward like a colossus for over a decade and was able to build an opinion that she alone understood the realities of the country, that she alone had the ability to run the decadent political system of our corrupt and divided society, and probably that she alone could keep the country united. ਇਹ ਹੁਣ RSS ਦਾ ਆਈਡੀਆਲੌਗ ਜਿਹੜਾ ਹੈ ਇੰਦਰਾ ਗਾਂਧੀ ਨੂੰ ਟ੍ਰਿਬਿਊਟ ਦੇ ਰਿਹਾ। ਉਹਨੇ ਕਿਹਾ ਕਿ ਜੀ ਇਹ ਜਿਹੜਾ ਉਸ ਦੀ ਕਾਬਲੀਅਤ, ਜਿਹੜੀ ਕਾਬਲੀਅਤ ਉਹਦੇ ਨਿਡਰ ਹੋਣ ਚੋਂ, ਉਹਦੇ ਕਾਬਲ ਹੋਣ ਚੋਂ ਨਿਕਲੀ,
ਉਹਨੇ ਭੀਮ ਕੱਦ ਤੌਰ ਤੇ, ਕੋਲੋਸਸ ਹੁੰਦਾ ਬਹੁਤ ਵੱਡਾ, ਜਿਵੇਂ ਕੋਈ ਜਾਇੰਟ 100 ਬੰਦਾ ਮਿਲ ਕੇ ਜਿਹੜਾ ਕੰਮ ਨਹੀਂ ਕਰ ਸਕਦਾ, ਉਹ ਉਹਨੇ ਕੀਤਾ ਇੱਕ ਦਹਾਕਾ। ਔਰ ਉਹਨੇ ਇਸ ਕਿਸਮ ਦਾ ਬਣਾਇਆ ਕਿ ਵੀ ਉਹੀ ਦੇਸ਼ ਦੀ ਹਕੀਕਤ ਨੂੰ ਸਮਝਦੀ ਸੀ। ਉਹਦੇ ਕੋਲ ਹੀ ਜਿਹੜਾ ਦੇਸ਼ ਦਾ ਗਲਿਆ ਸੜਿਆ ਭ੍ਰਿਸ਼ਟ ਸਿਸਟਮ ਸੀ, ਵੰਡੀ ਸੁਸਾਇਟੀ ਸੀ, ਉਹਨੂੰ ਇਕੱਠਾ ਕਰਨਾ, ਔਰ ਉਹਨੇ ਹੀ ਦੇਸ਼ ਨੂੰ ਟੁਗੈਦਰ ਰੱਖਿਆ। ਸ਼ੀ ਵਾਜ਼ ਏ ਗ੍ਰੇਟ ਲੇਡੀ and her death as a brave leader had added to her greatness। ਇਹ RSS ਦਾ ਆਈਡੀਆਲੋਗ ਹੈ ਕਿ ਬਹੁਤ ਮਹਾਨ ਔਰਤ ਸੀ, ਔਰ ਉਸ ਦੀ ਮੌਤ ਜਿਹੜੀ ਹੈ ਉਸ ਨੇ ਉਹਦੀ ਮਹਾਨਤਾ 'ਚ ਹੋਰ ਵੀ ਵਾਧਾ ਕੀਤਾ। She was killed by a person in whom she kept faith despite several complaints। ਕਿ ਉਹਨੂੰ ਉਸ ਬੰਦੇ ਨੇ ਮਾਰਿਆ ਜਿਹਦੇ ਤੇ ਉਹਨੇ ਬੜਾ ਵਿਸ਼ਵਾਸ ਰੱਖਿਆ ਸੀ, ਬਹੁਤ ਸਾਰੀਆਂ ਉਹਦੇ ਖਿਲਾਫ ਸ਼ਿਕਾਇਤਾਂ ਹੋਣ ਦੇ ਬਾਵਜੂਦ। Such an influential and busy personality was killed by a person who had the duty to protect her person। ਇਹਨੂੰ ਉਸ ਬੰਦੇ ਨੇ ਮਾਰਿਆ ਜਿਹਦੇ ਜ਼ਿੰਮੇ ਸੀ ਕਿ ਉਹ ਉਹਦੀ ਰੱਖਿਆ ਕਰਦਾ। This act came as a blow not only to her admirers in the country and the world but also her critics। ਉਹਨੇ ਕਿਹਾ ਜੀ ਇੰਨਾ ਜਿਹੜਾ ਇਸ ਕਿਸਮ ਦਾ ਕਾਰਾ ਸੀ, ਸਿਰਫ ਉਹਦੇ ਪ੍ਰਸ਼ੰਸਕਾਂ ਨੂੰ ਹੀ ਇਸ ਨਾਲ ਝਟਕਾ ਨਹੀਂ ਲੱਗਾ, ਜਿਹੜੇ ਉਹਦੇ ਆਲੋਚਕ ਸੀ ਉਹ ਵੀ ਜਿਹੜੇ ਨੇ ਸਖਤੇ ਦੇ ਵਿੱਚ ਆਏ। This cowardly and treacherous act of killing not only ended the life of a great leader but also killed in the name of the Panth the mutual faith of humanity। ਇਹ ਹੁਣ ਸਾਰੀ ਕੌਮ ਨੂੰ ਦੋਸ਼ ਦੇ ਰਿਹਾ। ਉਹਨੇ ਕਿਹਾ ਜੀ ਇਹ ਜਿਹੜਾ ਇੱਕ ਕਾਇਰਾਨਾ ਔਰ ਗਦਾਰੀ ਭਰਿਆ ਐਕਟ ਸੀ ਜਿਹਨੇ ਇੱਕ ਮਹਾਨ ਲੀਡਰ ਦੇ ਜੀਵਨ ਦਾ ਐਂਡ ਕਰ ਦਿੱਤਾ, ਔਰ ਇਹ ਵੀ ਪੰਥ ਦੇ ਨਾਂ ਤੇ ਇਸ ਨੇ ਜਿਹੜਾ ਇਨਸਾਨੀਅਤ ਹੈ, ਇਨਸਾਨੀਅਤ ਦਾ ਫੇਥ ਹੈ, ਉਹਦਾ ਬਹੁਤ ਨੁਕਸਾਨ ਕਰ ਦਿੱਤਾ। Explosion of sudden arson and violent hysteria throughout the country was probably a directionless and improper expression of the hurt, anger and feeling of loss of our followers। ਇਹ ਹੁਣ ਸਾਰੀ ਜਿਹੜੀ ਸਿੱਖ ਨਸਲਕੁਸ਼ੀ ਹੈ ਨੂੰ ਇੱਕ ਫਿਕਰੇ ਚੋਂ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ 4 ਚੁਫੇਰੇ ਅਗਜਨੀ ਲੱਗੀ, ਹਿੰਸਾ ਹੋਈ, ਔਰ ਇਹ 8 ਨਵੰਬਰ ਨੂੰ ਲਿਖ ਰਿਹਾ ਜਦੋਂ ਅਜੇ ਉਹ ਚੱਲ ਰਿਹਾ ਹਫਤਾ ਸਾਰਾ, ਉਹ ਹਜ਼ਾਰਾਂ ਸਿੱਖ ਜਿਉਂਦੇ ਦਿੱਲੀ 'ਚ ਹੀ ਸਾੜੇ ਗਏ ਨੇ। ਇਹ ਜਿਹੜਾ ਹੈ ਉਹਨੇ ਕਿਹਾ ਕਿਉਂਕਿ ਇਹ ਡਾਇਰੈਕਸ਼ਨਲੈਸ ਹੋ ਗਏ ਲੋਕ, ਕਿਉਂਕਿ ਉਹ ਬਹੁਤ ਹਰਟ ਸੀ, ਬੜੇ ਨਾਰਾਜ਼ ਸੀ, ਔਰ ਉਹਦੀ ਜਿਹੜੀ ਹੈ ਘਾਟ ਉਹ ਬੜੀ ਅੱਖਰ ਦੀ ਸੀ। Lakhs of her followers used to see her as the only defender, powerful protector and the symbol of united India। ਉਸ ਦੇ ਲੱਖਾਂ ਜਿਹੜੇ ਅਨੁਯਾਈ ਸੀ ਉਹ ਉਸ ਦੇ ਵਿੱਚ ਇੱਕ ਡਿਫੈਂਡਰ, ਇੱਕ ਬਹੁਤ ਤਾਕਤਵਰ ਜਿਹੜਾ ਰੱਖਿਅਕ ਔਰ ਸਾਂਝੇ ਭਾਰਤ ਦਾ ਇੱਕ ਜਿਹੜਾ ਸਿੰਬਲ ਉਹਦੇ ਤੌਰ ਤੇ ਦੇਖਦੇ ਸੀ। ਇਟ ਇਜ਼ ਏ ਡਿਫਰੈਂਟ ਮੈਟਰ ਵੈਦਰ ਦਿਸ ਇਜ਼ ਰਾਈਟ ਔਰ ਰੌਂਗ। ਹੁਣ ਇਹ ਕਹਿ ਕੇ ਕਹਿੰਦਾ ਇਹ ਠੀਕ ਹੈ ਜੇ ਗਲਤ, ਇਹਦੇ ਮੈਂ ਡਿਬੇਟ 'ਚ ਨਹੀਂ ਪੈਂਦਾ, ਪਰ ਇੰਦਰਾ ਗਾਂਧੀ ਇਹ ਸੀ। ਹੁਣ ਇਹ ਕਹਿੰਦਾ ਫॉर ਦੋਜ਼ ਇਨੋਸੈਂਟ ਐਂਡ ਅਨਇਨਫਾਰਮਡ ਫਾਲੋਅਰਸ the treacherous murder of Indira Gandhi was the tragic culmination of poisonous campaign of separatism, antagonism and violence conducted over the previous 3 years in which hundreds of innocents had to lose their invaluable lives and the sanctity of religious places was destroyed। ਇਹ ਹੁਣ ਸਿੱਖਾਂ ਦੇ ਗੜ ਮਰ ਰਿਹਾ ਹੈ ਕਿ ਵੀ ਇਹ ਜਿਹੜੇ ਉਹਦੇ ਇਨੋਸੈਂਟ ਫਾਲੋਅਰਸ ਨੇ ਇਹ ਜੋ ਕੀਤਾ, ਇਹ ਜਿਹੜੀ ਗਦਾਰੀ ਹੋਈ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ, ਔਰ ਇਸ ਤੋਂ ਪਹਿਲਾਂ 3 ਸਾਲ ਜਿਹੜਾ ਵੱਖਵਾਦ ਦਾ ਜ਼ਹਿਰੀਲਾ ਪ੍ਰਚਾਰ ਮੁਹਿੰਮ ਔਰ ਹਿੰਸਾ ਜਿਹਦੇ 'ਚ ਕਿ ਸੈਂਕੜਿਆਂ ਇਨੋਸੈਂਟ, ਕਿਹੜੇ ਇਨੋਸੈਂਟ ਮਰੇ, ਇਹ ਨਹੀਂ ਕਿ ਭਾਈ ਸਿੱਖ ਜੂਨ 84 ਦੇ ਘੱਲੂਘਾਰੇ 'ਚ ਮਾਰੇ ਇੰਦਰਾ ਗਾਂਧੀ ਨੇ ਫੌਜੀ ਐਕਸ਼ਨ ਨਾਲ, ਇਹ ਉਹਨੂੰ ਗੋਲਮੋਲ ਕਰਕੇ ਕਰ ਰਹੇ। ਔਰ ਉਹਨੇ ਕਿਹਾ ਜੀ ਰਿਲੀਜੀਅਸ ਪਲੇਸਿਸ ਦੀ ਜਿਹੜੀ ਸੈਂਕਟਿਟੀ ਸੀ ਉਹ ਡਿਸਟਰੋਏ ਕਰ ਦਿੱਤੀ ਇਹਨਾਂ ਨੇ, ਵੱਖਵਾਦੀਆਂ ਨੇ ਜੀ। This campaign assumed an ominous pace after the painful army action in June, which in the eyes of the most of the people of the country had become necessary to protect the sanctity of the religious places। ਉਹਨੇ ਕਿਹਾ ਜੀ ਜਿਹੜਾ ਜੂਨ 84 ਹੋਇਆ ਦੇਸ਼ ਦੀ ਬਹੁਗਿਣਤੀ ਸਮਝਦੀ ਹੈ ਕਿ ਦੇਸ਼ ਦੀ ਏਕਤਾ ਔਰ ਪਵਿੱਤਰਤਾ ਦੇ ਲਈ, ਸੈਂਕਟਿਟੀ ਔਰ ਧਾਰਮਿਕ ਥਾਵਾਂ ਦੀ ਪਵਿੱਤਰਤਾ ਲਈ ਬੜਾ ਜ਼ਰੂਰੀ ਸੀ। Barring a few exceptions, the Sikh community observed silence for a long time for the barbaric massacres and heinous killings of innocent people, but they condemned the long pending army action with anger and dangerous explosive। ਇਹ ਹੁਣ ਇਹ ਕਹਿ ਰਿਹਾ ਵੀ ਜੋ ਨਵੰਬਰ 84 ਚ ਕੀਤਾ ਸਿੱਖ ਡਿਜ਼ਰਵ ਕਰਦੇ ਸੀ, ਕਿਉਂਕਿ ਜੋ ਕਿਲਿੰਗਸ ਹੋ ਰਹੀਆਂ ਸੀ ਉਹਦੇ ਚ ਸਿੱਖ ਚੁੱਪ ਰਹੇ, ਔਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਫਿਰ ਉਹਨਾਂ ਨੇ ਬੜੇ ਹਿੰਸਕ ਤੌਰ ਦੇ ਨਾਲ ਇਸ ਦੇ ਉੱਤੇ ਜਿਹੜਾ ਡੇਂਜਰਸ ਐਕਸਪਲੋਸਿਵਨੈਸ ਦੇ ਨਾਲ ਕੀਤਾ। The country was stunned at their attitude, ਕਿ ਜੋ ਸਿੱਖਾਂ ਦਾ ਬਿਹੇਵੀਅਰ ਸੀ
ਉਸ ਨਾਲ ਦੇਸ਼ ਜਿਹੜਾ ਸਾਰਾ ਸਟਨ ਹੋ ਗਿਆ, ਉਹ ਬਿਲਕੁਲ ਜਿਹੜਾ ਉਹ ਪਥਰਾ ਗਿਆ ਕਿ ਵੀ ਇਹ ਲੋਕ ਇਹ ਕਰ ਰਹੇ ਨੇ। ਦਾ ਆਰਮੀ ਐਕਸ਼ਨ ਵਾਸ ਕੰਪੇਅਰਡ ਟੂ ਦਾ ਘੱਲੂਘਾਰਾ ਐਕਸ਼ਨ ਆਫ ਅਹਿਮਦ ਸ਼ਾਹ ਅਬਦਾਲੀ ਇਨ 1762 ਟੂ ਡੈਸੀਕ੍ਰੇਟ ਦਾ ਹਰਮੰਦਰ ਸਾਹਿਬ, ਕਿ ਜੀ ਇਹ ਜਿਹੜਾ ਘੱਲੂਘਾਰਾ ਸੀ ਇਹਨੂੰ ਅਬਦਾਲੀ ਦੇ 1772 ਦੇ ਘੱਲੂਘਾਰੇ ਦੇ ਨਾਲ ਜਿਹੜਾ ਉਹਦਾ ਕੰਪੈਰੀਜ਼ਨ ਕਰ ਦਿੱਤਾ ਹੈ। Without going into the objectives of the two incidents, Mrs. Gandhi was pushed into the category of Ahmad Shah Abdali। ਇਹ ਹੁਣ RSS ਆਈਡੀਓਲੋਗ ਨੂੰ ਤਕਲੀਫ ਹੈ ਕਿ ਇੰਦਰਾ ਗਾਂਧੀ ਨੂੰ ਅਬਦਾਲੀ ਬਣਾ ਦਿੱਤਾ ਹੈ, ਉਹਦਾ ਮੁਕਾਬਲਾ ਅਬਦਾਲੀ ਨਾਲ ਕਰ ਦਿੱਤਾ ਹੈ। She was termed the enemy of Sikh Panth and big prizes were announced on her head, ਕਿ ਉਹਨੂੰ ਸਿੱਖ ਪੰਥ ਦਾ ਦੁਸ਼ਮਣ ਔਰ ਉਹਦੇ ਸਿਰ ਤੇ ਇਨਾਮ ਰੱਖੇ ਗਏ। On the other hand, ਭਿੰਡਰਾਂਵਾਲੇ, who was guilty of heinous crimes against humanity in the name of religion, was hailed as a martyr। ਉਹਨੇ ਕਿਹਾ ਜੀ ਜਿਹਨੇ ਮਨੁੱਖਤਾ ਦੇ ਖਿਲਾਫ ਬਹੁਤ ਘੋਰ ਅਪਰਾਧ ਕੀਤੇ ਭਿੰਡਰਾਂਵਾਲੇ, ਉਹਨੂੰ ਸ਼ਹੀਦ ਬਣਾ ਦਿੱਤਾ ਗਿਆ। Open display of such feelings in different parts of the country and abroad played a special role in increasing the distrust and alienation between the Sikhs and the rest of the Indians। ਹੁਣ ਤੁਸੀਂ ਇਹਦੀ ਲੈਂਗੁਏਜ ਦੇਖੋ, ਉਹ ਕਹਿੰਦੇ ਜੀ ਸਿੱਖਾਂ ਦਾ ਜਿਹੜਾ ਇਹ ਵਤੀਰਾ ਸੀ ਉਹਨੇ ਦੂਜੇ ਸਾਰੇ ਇੰਡੀਅਨ ਇੱਕ ਪਾਸੇ ਹੋ ਗਏ, ਜਿਹਦੇ ਚ ਮੁਸਲਮਾਨ ਵੀ 170 ਮਿਲੀਅਨ, 30 ਮਿਲੀਅਨ ਈਸਾਈ ਵੀ, ਕਿ ਦੇਖੋ ਜੀ ਇਹ ਕੀ ਨੇ, ਔਰ ਸਿੱਖ ਜਿਹੜੇ ਨੇ ਉਹ ਬਾਕੀ ਰੈਸਟ ਆਫ ਦਾ ਇੰਡੀਅਨਸ ਤੋਂ ਜੀ ਵੱਖਰੇ ਹੋ ਗਏ। in the name of religion was held between the Sikhs and the rest of Indians. In the background of this distrust and alienation, stunned and bewildered people accepted the validity of the rumors of celebrations by the Sikhs at the heinous murder of Indira Gandhi by her Sikh bodyguards in retaliation of the army। ਉਹਨੇ ਕਿਹਾ ਜੀ ਇਸ ਬੈਕਗ੍ਰਾਉਂਡ 'ਚ ਲੋਕਾਂ ਨੇ ਉਹਨਾਂ ਅਫਵਾਹਾਂ ਤੇ ਯਕੀਨ ਕੀਤਾ ਕਿਉਂਕਿ ਲੋਕ ਸਟਨਡ ਸੀ, ਕਿਉਂਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਹੀਨਸ ਮਰਡਰ, ਜਿਹੜਾ ਬਹੁਤ ਕੰਡੈਮਨੇਬਲ ਮਰਡਰ ਇੰਦਰਾ ਗਾਂਧੀ ਦਾ ਕੀਤਾ। Of these, the most hurting explanation was that of Gyani Kirpal Singh, who being the head Granthi considered himself to be the sole spokesman of Sikh community। ਉਹਨੇ ਕਿਹਾ ਜੀ ਗਿਆਨੀ ਕਿਰਪਾਲ ਸਿੰਘ ਦਾ ਰੋਲ ਬਹੁਤ ਮਾੜਾ ਸੀ, ਜਿਹੜਾ ਹੈਡ ਗ੍ਰੰਥੀ ਹੈ। He said he expressed no sorrow at the death of Indira Gandhi। ਕਹਿੰਦੇ ਉਹਨੇ ਕਹਿਤਾ ਕਿ ਜੀ ਮੈਨੂੰ ਇੰਦਰਾ ਗਾਂਧੀ ਦੇ ਮਰਨ ਤੇ ਮੈਂ ਕੋਈ ਸ਼ੋਕ ਦਾ ਇਜ਼ਹਾਰ ਨਹੀਂ ਕਰਦਾ। ਹੁਣ ਇਹੀ ਕਿਰਪਾਲ ਸਿੰਘ ਹੈ ਜਿਹਨੇ ਉੱਥੇ ਆਰਮੀ ਦੇ ਦਬਦਬੇ ਦੇ ਥੱਲੇ ਝੂਠ ਬੋਲ ਕੇ ਕਿਹਾ ਸੀ ਤੋਸ਼ਾ ਖਾਨਾ ਠੀਕ ਹੈ, ਕੋਟਾ ਸਾਹਿਬ ਠੀਕ ਹੈ। ਹੁਣ ਇਹਨੂੰ ਲੱਗਦਾ ਵੀ ਉਹਨੇ ਕਿਉਂ ਨਹੀਂ ਕਿਹਾ ਜੀ ਇੰਦਰਾ ਗਾਂਧੀ ਨੂੰ ਮਾਰਨਾ ਬਹੁਤ ਮਾੜੀ ਗੱਲ ਹੈ। This statement added fuel to the fire of boiling anger। ਹੁਣ ਇਹ ਜਿਹੜਾ ਦੂਜਾ ਪਾਰਟ ਹੈ ਕਿ ਇਹ ਜਿਹੜਾ ਨਸਲਕੁਸ਼ੀ ਹੈ ਕਿਵੇਂ ਪਲਾਨ ਕੀਤੀ ਗਈ, ਕਿਵੇਂ ਐਗਜ਼ੀਕਿਊਟ ਕੀਤੀ ਗਈ, ਕਿਸ ਤਰੀਕੇ ਦੇ ਨਾਲ ਜਿਹੜਾ ਵੋਟਰ ਲਿਸਟਾਂ, ਸਰੀਏ, ਪਾਊਡਰ ਔਰ ਪੂਰੀ ਦੀ ਪੂਰੀ ਨਸਲ ਮੁਕਾਣ ਦੀ ਗੱਲ ਕੀਤੀ, ਪਰ ਇਹ ਉਹਨੂੰ ਜਸਟੀਫਾਈ ਕਰ ਰਿਹਾ। ਇਹ ਸਾਰਾ ਇਹ ਜਿੰਨੇ ਆਰਗੂਮੈਂਟ ਹੈ ਇਸ ਜਸਟੀਫਿਕੇਸ਼ਨ ਜਾ ਕੇ ਜੀ ਲੋਕ ਤਾਂ ਉਬਲ ਰਹੇ ਸੀ ਗੁੱਸੇ ਦੇ ਨਾਲ। ਔਰ ਇਹ ਕਿਉਂਕਿ ਕਿਰਪਾਲ ਸਿੰਘ ਨੇ ਵੀ ਕੰਡੈਮ ਨਹੀਂ, ਨੋ ਇਮੀਡੀਏਟ ਐਂਡ ਨੈਚੁਰਲ ਕੰਡੈਮਨੇਸ਼ਨ of this despicable statement by an important leader came from responsible Sikh leaders, intellectuals or organizations। ਉਹਨੇ ਕਿਹਾ ਜੀ ਬਾਕੀ ਵੀ ਕੋਈ ਸਿੱਖ ਜਥੇਬੰਦੀਆਂ, ਕੋਈ ਬੁੱਧੀਜੀਵੀ ਜਾਂ ਦੂਸਰਿਆਂ ਨੇ ਕੋਈ ਇਸ ਬਾਰੇ ਬਿਆਨ ਨਹੀਂ ਦਿੱਤਾ। Therefore, the already angered common and unimaginative people took it as correct that the Sikhs celebrated the death of Indira Gandhi because of this belief selfish elements could succeed in making the common people become violent against them। ਉਹਨੇ ਕਿਹਾ ਜੀ ਇਸ ਬੈਕਗ੍ਰਾਉਂਡ ਦੇ ਵਿੱਚ ਜਿਹੜੇ ਆਮ ਬੰਦੇ ਨੇ ਵਿਚਾਰੇ ਇਨੋਸੈਂਟ ਲੋਕ ਉਹ ਵਾਇਲੈਂਟ ਹੋ ਗਏ, ਕਿਉਂਕਿ ਜਿਹੜਾ ਇਸ ਚੋਂ ਹੀ ਸਾਡਾ ਫੇਰ ਹੁਣ ਨੇ ਇਸ ਗੱਲ ਨੂੰ ਉਸ ਅਨਹੋਣੀ ਨਾਲ ਲੰਬਾ ਚੌੜਾ ਕਿ ਜੀ ਜਦੋਂ ਗਾਂਧੀ ਨੂੰ ਮਾਰਿਆ ਨਥੂਰਾਮ ਗੋਡਸੇ ਨੇ ਮਰਾਠਿਆਂ ਦੇ ਉੱਤੇ ਇਵੇਂ ਹੀ ਹਮਲੇ ਹੋਏ ਸੀ, ਔਰਤਾਂ ਸਾੜਤੀਆਂ ਸੀ, ਬੱਚੇ ਸਾੜਤੇ ਸੀ, ਪਰ ਉਦੋਂ ਸਾਡੇ ਗੁਰੂ ਜੀ ਗੋਲਵਲਕਰ ਨੇ ਇਹ ਕਿਹਾ ਸੀ ਕਿ ਵੀ ਇਹ ਜਿਹੜਾ ਗੁੱਡਨੈਸ ਆਫ ਹਿਊਮਨ ਬਿਹੇਵੀਅਰ ਤੁਸੀਂ ਰੱਖੋ ਔਰ ਕੋਈ ਰੀਟੈਲੀਏਟ ਨਾ ਕਰੋ। ਔਰ ਇਹ ਸਿੱਖਾਂ ਨੂੰ ਉਹ ਸਲਾਹ ਦੇ ਰਿਹਾ ਕਿ ਹੈਵਿੰਗ ਗੋਨ ਥਰੂ ਸੱਚ ਐਕਸਪੀਰੀਅੰਸ ਮਾਈਸੈਲਫ ਆਈ ਕੈਨ ਅੰਡਰਸਟੈਂਡ the strong reaction and feeling of innocent Sikh brothers who became victims of sudden eruption of people's violent hysteria. In fact, I would like to condemn in strongest words this cruelty। ਪਰ ਨਾਲ ਦੀ ਨਾਲ ਉਹ ਕਹਿ ਰਿਹਾ I feel proud of all those Hindu neighbors who protected lives and properties of troubled Sikh brothers without caring for their lives. Such things one being heard from all over Delhi. These things have practically increased the faith in natural goodness of human behavior and particularly faith in Hindu nature। ਇਹ ਤੁਸੀਂ ਦੇਖੋ ਮਾਰਨ ਵਾਲੀਆਂ ਹਿੰਦੂ ਕਰਾਊਡਸ, ਔਰ ਇਹ ਕਹਿ ਰਿਹਾ ਕਿ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਿੰਦੂ ਭਰਾਵਾਂ ਨੇ, ਕਿਉਂਕਿ ਹਿੰਦੂ ਧਰਮ ਦੇ ਵਿੱਚ ਹੀ ਜਿਹੜੀ ਪਾਰਟਿਕੂਲਰ ਨੇਚਰ ਹੈ ਹਿੰਦੂ ਫੇਥ ਦੀ ਉਹ ਬੜੀ ਟੋਲਰੈਂਸ ਦੀ ਹੈ।
ਔਰ ਜਿਹੜਾ ਉਹਨਾਂ ਨੇ ਸਿੱਖਾਂ ਨੂੰ ਪ੍ਰੋਟੈਕਟ ਕੀਤਾ, ਮੈਂ ਉਹਨਾਂ ਦੀ ਜਿਹੜੀ ਹੈ ਉਹ ਬੜੀ ਐਪਰੀਸ਼ੀਏਟ ਕਰਦਾ। ਹੁਣ ਇਹਨੂੰ ਇਹ ਪਤਾ ਹੈ, ਇਹ ਕਿਉਂਕਿ ਆਈਡੀਆਲੋਗ ਹੈ, ਸਮਝਦਾ ਵੀ ਸਿੱਖ ਕਿਵੇਂ ਰਿਐਕਟ ਕਰਨਗੇ। ਹੁਣ ਸਿੱਖਾਂ ਨੂੰ ਇਹ ਸਲਾਹ ਦੇ ਰਿਹਾ ਕਿਉਂਕਿ ਸੋਲ ਸਰਚਿੰਗ ਸਿੱਖਾਂ ਨੂੰ ਕਰਨ ਲਈ ਕਿ ਆਈ ਐਮ ਆਲਸੋ ਵਰਿਡ ਐਟ ਦਾ ਸਿੱਖ ਰਿਐਕਸ਼ਨ ਇਨ ਸੱਚ ਡੈਲੀਕੇਟ ਐਂਡ ਐਕਸਪਲੋਸਿਵ ਸਿਚੁਏਸ਼ਨ। ਮੈਨੂੰ ਫਿਕਰ ਹੈ ਵੀ ਸਿੱਖ ਇਸ ਬੜੀ ਭੜਕਾਊ ਸਥਿਤੀ ਦੇ ਵਿੱਚ ਕਿਵੇਂ ਰਿਐਕਟ ਕਰਨਗੇ। ਐਜ਼ ਐਨ ਐਕਟਿਵਿਸਟ ਐਨਗੇਜਡ ਇਨ ਨੈਸ਼ਨਲ ਰੀਕਨਸਟਰਕਸ਼ਨ ਐਂਡ ਯੂਨਿਟੀ ਫॉर ਹਾਫ ਏ ਸੈਂਚੁਰੀ and being a well-wisher of the Sikh community, I am hesitating in saying that if reactive armed action by Sikhs is even partly true, then they have not been able to evaluate the situation correctly and comprehensively, and as a result could not respond according to the situation. ਹੁਣ ਇਹ ਸਿੱਖਾਂ ਦਾ ਵੈਲ-ਵਿਸ਼ਰ ਹੈ, ਕਹਿੰਦਾ ਜੀ ਮੈਂ ਇਹ ਸਿੱਖਾਂ ਨੂੰ ਸਲਾਹ ਦੇਣਾ ਚਾਹੁੰਦਾ ਕਿ ਜੇ ਹੁਣ ਇਸ ਦੇ ਜਵਾਬ ਦੇ ਵਿੱਚ ਸਿੱਖ ਜਿਵੇਂ ਕੁਝ ਥਾਵਾਂ ਤੇ ਆਰਮਡ ਰਿਐਕਸ਼ਨ ਕਰ ਰਹੇ ਨੇ, ਉਹਨਾਂ ਇਹਦਾ ਮਤਲਬ ਹੈ ਵੀ ਸਿੱਖਾਂ ਨੇ ਇਹ ਗੰਭੀਰਤਾ ਨੂੰ ਸਮਝਿਆ ਨਹੀਂ ਹੈ ਸਿਚੁਏਸ਼ਨ ਨੂੰ, ਔਰ ਇਹ ਫਿਰ ਹੁਣ ਖਤਾ ਖਾਣਗੇ। ਔਰ ਇਹਦੇ 'ਚ ਉਹਨੇ ਫਿਰ ਆਪਣੀ RSS ਦੀ ਕਹਾਣੀ ਸਾਰੀ ਜਿਹੜੀ ਕਿਉਂਕਿ ਲੰਮਾ ਚੌੜਾ ਉਸ ਦਾ ਰਾਈਟ ਅਪ ਹੈ, ਔਰ ਉਹਨੇ ਗੋਲਵਲਕਰ ਨੂੰ ਕੋਟ ਕੀਤਾ ਕਿ ਵੀ ਅਸੀਂ ਬੜਾ ਸੰਜਮ ਰੱਖਿਆ ਸੀ ਜਦੋਂ ਸਾਡੇ ਤੇ ਹਮਲੇ ਹੋਏ ਸੀ। ਕਿਹੜੇ ਤੁਹਾਡੇ ਤੇ ਹਮਲੇ ਹੋਏ ਸੀ? ਅਦਰਵਾਈਜ਼ ਉਹ ਪਾਰਟ ਆਫ ਦਾ ਹਿਸਟਰੀ ਹੁੰਦਾ, ਤੁਸੀਂ ਉਹਨੂੰ 20 ਟਾਈਮਸ ਬਣਾਉਂਦੇ। ਹੁਣ ਐਂਡ 'ਚ ਉਹ ਕੋਟ ਕਰਕੇ ਕਹਿ ਰਿਹਾ, ਆਈ ਹੋਪ that in present difficult situation, my Sikh brothers will also show the above referred patience and tolerance. ਤੁਹਾਡੀ ਨਸਲ ਮੁਕਾਈ ਜਾ ਰਹੀ ਹੋ, ਸਿੱਖਾਂ ਨੂੰ ਕਹਿ ਰਿਹਾ ਕਿ ਜੀ ਮੈਂ ਤੁਹਾਡੇ ਤੋਂ ਆਸ ਕਰਦਾ ਕਿ ਤੁਸੀਂ ਬਹੁਤ ਸਬਰ ਦਿਖਾਓਗੇ ਔਰ ਸਹਿਨਸ਼ੀਲਤਾ ਦਿਖਾਓਗੇ। But I am deeply pained to know that rather than displaying such tolerance and patience at some places, they have retaliated against the crowd with arms and played in the hands of such elements who were eager to spread the trouble. ਕਹਿੰਦਾ ਜੀ ਮੈਨੂੰ ਇਹ ਜਾਣ ਕੇ ਬੜਾ ਦੁੱਖ ਹੋਇਆ ਕਿ ਕੁਝ ਥਾਵਾਂ ਤੇ ਸਿੱਖਾਂ ਨੇ ਬਜਾਏ ਕਿ ਭੀੜ ਦੇ ਸਾਹਮਣੇ ਆਪਣਾ ਸਿਰ ਕਰਕੇ ਜਿਉਂਦੇ ਸੜ ਜਾਂਦੇ, ਉਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਹੈ, ਕਰਾਊਡ ਦੇ ਉੱਤੇ ਜਿਹੜਾ ਹੈ ਜਵਾਬੀ ਉਹਨਾਂ ਨੂੰ ਹਮਲਾ ਕੀਤਾ। I am surprised how a section of our society considered to be most disciplined, organized and religious adopted such a negative and self-defeating attitude. ਉਹ ਕਹਿੰਦਾ ਜੀ ਇਹ ਸਿੱਖਾਂ ਨੇ ਆਪਣੀ ਰੱਖਿਆ ਦੇ ਵਿੱਚ ਹਥਿਆਰ ਚਲਾ ਦਿੱਤੇ ਕੁਝ ਥਾਵਾਂ ਤੇ। ਸਿੱਖਾਂ ਵਰਗੀ ਇੰਨੀ ਡਿਸਪਲਿਨ ਕੌਮ ਇਹ ਕਿਵੇਂ ਕਰ ਸਕਦੀ ਹੈ? ਮੇਬੀ ਦੇ ਕੁਡਨਟ ਗੈਟ ਪ੍ਰੋਪਰ ਲੀਡਰਸ਼ਿਪ ਐਟ ਦਾ ਮੋਮੈਂਟ ਆਫ ਸੱਚ ਏ ਕ੍ਰਾਈਸਿਸ। ਸ਼ਾਇਦ ਸਿੱਖਾਂ ਨੇ ਇਸ ਲਈ ਭੀੜਾਂ ਦੇ ਅੱਗੇ ਆਪਣਾ ਆਪ ਹਰ ਥਾਂ ਤੇ ਨਹੀਂ ਰੱਖਿਆ ਕਿ ਉਹਨਾਂ ਨੂੰ ਪ੍ਰੋਪਰ ਲੀਡਰਸ਼ਿਪ ਨਹੀਂ ਮਿਲੀ। Thou my scanty study and understanding of Sikh history, I consider that such a non-political reaction of Sikhs in moments of such a crisis came from their complete involvement with teachings of love, tolerance and sacrifice of Sikh nature. ਕਿ ਜੀ ਇਹ ਤਾਂ ਜਿਹੜੀ ਸਿੱਖਾਂ ਦੀ ਨੇਚਰ ਤਾਂ ਇਹ ਹੈ। ਵਾਰੀਅਰ ਨੇਚਰ ਆਫ ਸਿੱਖ ਰਿਲੀਜਨ ਵਾਜ਼ ਏ ਸ਼ਾਰਟ ਟਾਈਮ ਪ੍ਰੋਵੀਜ਼ਨ। ਹੁਣ ਇਹ ਸਿੱਖ ਤੇ ਖਾਲਸਾ ਦੋ ਸ਼ਬਦ ਅੱਡ ਕਰ ਰਿਹਾ ਕਿ ਸਿੱਖ ਤਾਂ ਬੜੇ ਪਿਆਰ ਵਾਲੇ, ਸਭ ਕੁਝ ਆਪਣੇ ਕੁੱਟ ਖਾਣ ਵਾਲੇ ਲੋਕ ਨੇ। ਉਹਨਾਂ ਦਾ ਥੋੜੇ ਟਾਈਮ ਲਈ ਜਿਹੜਾ ਹੈ ਉਹਨਾਂ ਦੇ ਵਿੱਚ ਇੱਕ ਜਿਹੜਾ ਹਥਿਆਰਬੰਦ ਪਾਰਟ ਆਇਆ ਸੀ, ਔਰ ਇਹਦੇ ਚੋਂ ਕਹਿੰਦਾ ਵਾਰੀਅਰ ਨੇਚਰ ਆਫ ਸਿੱਖ ਰਿਲੀਜਨ ਵਾਜ਼ ਏ ਸ਼ਾਰਟ ਟਾਈਮ ਪ੍ਰੋਵੀਜ਼ਨ ਅਗੇਂਸਟ ਬਾਰਬੈਰਿਟੀ ਆਫ ਫੋਰਨ ਮੁਗਲਸ ਵਿਚ ਵਾਜ਼ ਟਾਟ ਬਾਈ 10th ਗੁਰੂ। ਉਹਨੇ ਕਿਹਾ ਜੀ ਤਾਂ ਮੁਗਲਾਂ ਦੇ ਖਿਲਾਫ ਛੋਟੇ ਟਾਈਮ ਦੇ ਲਈ ਸੀ। ਫॉर ਹਿਮ ਖਾਲਸਾ ਵਾਜ਼ ਏ ਰਿਲੇਟਿਵਲੀ ਸਮਾਲ ਪਾਰਟ ਆਫ ਏ ਬ੍ਰੌਡ ਹਿੰਦੂ ਸਿੱਖ ਬ੍ਰਦਰਹੁੱਡ and was designed as an arm hand to defend Hindu community and its tradition. ਇਹ ਹੈ ਅਸਲੀ ਰੰਗ। ਉਹਨੇ ਕਿਹਾ ਜੀ ਇਹ ਜਿਹੜਾ ਖਾਲਸਾ ਹੈ ਇਹ ਤਾਂ ਹਿੰਦੂ ਧਰਮ ਔਰ ਉਸ ਦੇ ਬਚਾਅ ਦੇ ਲਈ ਸ਼ਾਰਟ ਟਰਮ ਮੁਗਲਾਂ ਦੇ ਖਿਲਾਫ, ਜਦੋਂ ਮੁਗਲ ਵੀ ਕਹਿ ਰਹੇ ਹੋ ਮੁਸਲਮਾਨ ਕਹਿਣਾ ਚਾਹੁੰਦੇ, ਉਹਨਾਂ ਦੇ ਖਿਲਾਫ ਸੀ। ਗੁਰੂ ਗੋਬਿੰਦ ਸਿੰਘ laid down for Khalsa followers 5 Ks, ਕੇਸ਼ ਕਿਰਪਾਨ ਕੰਗਾ ਕੜਾ ਕੱਚ and sing in the name of Khalsa. This was a symbol of their being soldiers. But unfortunately today, these only are being projected as basic and necessary forms of Sikh religion. ਹੁਣ ਇਹਨਾਂ ਨੂੰ ਪੰਜ ਕਕਾਰਾਂ ਤੋਂ ਵੀ ਤਕਲੀਫ। ਉਹਨਾਂ ਨੇ ਕਿਹਾ ਜੀ ਇਹ ਤਾਂ ਜਿਵੇਂ ਇੱਕ ਸਿਪਾਹੀ ਦੀ ਵਰਦੀ ਹੁੰਦੀ ਹੈ ਜੀ, ਇਵੇਂ ਦਿੱਤੇ ਸੀ। ਪਰ ਅੱਜ ਜਿਹੜੇ ਸਿੱਖ ਨੇ ਉਹ ਇਹਨਾਂ ਪੰਜ ਕਕਾਰਾਂ ਵਾਲੇ ਨੂੰ ਹੀ ਸਿੱਖ ਕਹਿੰਦੇ ਨੇ। ਉਹ ਜਿਹੜੇ ਨੇ ਉਹ ਬਾਕੀ ਛੱਡ ਗਏ ਕਿ ਉਹ ਹਿੰਦੂਆਂ ਦਾ ਹਿੱਸਾ ਨੇ। I am sorry to say that Sikh intellectuals too have failed to understand that conversion of Sikh religion into Khalsaism is a much later event, and this was due to the deliberate plan of British imperialists to divide and rule in Punjab. ਉਹ ਕਹਿੰਦੇ ਜੀ ਮੈਨੂੰ ਇਹ ਦੁੱਖ ਹੁੰਦਾ ਹੈ ਕਿ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਵੀ ਨਹੀਂ ਸਮਝ ਸਕੇ
ਕਿ ਜਿਹੜੇ ਸਿੱਖ ਨੂੰ ਖਾਲਸਾ ਬਣਾਇਆ ਸੀ ਇਹ ਸ਼ਾਰਟ ਟਰਮ ਸੀ। ਉਹ ਵੀ ਅੰਗਰੇਜ਼ਾਂ ਨੇ ਇਹ ਸਾਜ਼ਿਸ਼ ਕੀਤੀ ਕਿ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਇੱਕ ਅਲੱਗ ਧਰਮ ਦੇ ਤੌਰ ਤੇ ਪ੍ਰੋਜੈਕਟ ਕੀਤਾ। ਇਟਸ ਏਮ ਵਾਸ ਟੂ ਕੱਟ ਦ ਸਿੱਖਸ ਆਫ ਫਰੋਮ देयर ਹਿੰਦੂ ਐਨਵਾਇਰਨਮੈਂਟ, ਕਿ ਜੀ ਹਿੰਦੂਆਂ ਨਾਲੋਂ ਕੱਟ ਕਰਨ ਦੀ ਜਿਹੜੀ ਲਾਈਨ ਸੀ ਅੰਗਰੇਜ਼ਾਂ ਦੀ। ਅਨਫੋਰਚੂਨੇਟਲੀ ਆਫਟਰ ਇੰਡੀਪੈਂਡੈਂਸ ਪਾਵਰ ਹੰਗਰੀ ਪੋਲੀਟੀਸ਼ੀਅਨਸ kept alive for their own interest the unnaturally born problems of separation and equal existence and carried forward the game of imperialists to divide and rule by their vote bank politics। ਦਾ ਮਤਲਬ ਇਹ ਹੈ ਕਿ ਅੰਗਰੇਜ਼ਾਂ ਨੇ ਇਹਨਾਂ ਨੂੰ ਬਣਾਇਆ ਸੀ, 47 ਤੋਂ ਬਾਅਦ ਇਹਨਾਂ ਨੂੰ ਮੋੜ ਦੇਣਾ ਚਾਹੀਦਾ ਸੀ ਹਿੰਦੂਆਂ 'ਚ, ਪਰ ਇੱਥੇ ਕਿਉਂਕਿ ਵੋਟ ਪੋਲਿਟਿਕਸ ਆ ਗਈ ਔਰ ਸਵਾਰਥੀ ਲੀਡਰਾਂ ਨੇ ਇਹਨਾਂ ਨੂੰ ਫਿਰ ਜਿਹੜਾ ਉਹ ਖਾਲਸਾ ਰਹਿਣ ਦਿੱਤਾ। This improper equating of Sikhs with militant Khalsaism is not only the basic root of separatist tendencies in some part of Sikh community, but it also raised militancy and faith in the power of weapons to the level of religious freedom। ਉਹਨੇ ਕਿਹਾ ਜੀ ਇਹ ਜਿਹੜਾ ਹੈ ਸਿੱਖਿਜ਼ਮ ਔਰ ਮਿਲੀਟੈਂਟ ਖਾਲਸਾਇਜ਼ਮ 'ਚ ਹੈ, ਉਸ ਜਿਹੜੀਆਂ ਖਾਲਸੇ ਜਿਹੜੀਆਂ ਅੱਡ ਹੋਣ ਦੀਆਂ ਵਿਰਤੀਆਂ ਆਈਆਂ ਨੇ, ਇਹ ਇਸੇ ਲਈ ਹੈ ਵੀ ਸਿੱਖਾਂ ਦਾ ਇਸ 5 ਕਕਾਰਾਂ ਤੇ ਵਿਸ਼ਵਾਸ ਹੈ ਔਰ ਉਹ ਜਿਹੜੇ ਹਥਿਆਰਾਂ ਨੂੰ ਧਾਰਮਿਕ ਤੌਰ ਦੇ ਉੱਤੇ ਜਿਹੜੀ ਹੈ ਰਿਲੀਜੀਅਸ ਵਰਸ਼ਿਪ ਦੇ ਲੈਵਲ ਤੱਕ ਲੈ ਗਏ ਨੇ। ਦਿਸ ਰਿਲੀਜੀਅਸ ਵਰਸ਼ਿਪ ਗਿਵਸ ਰਾਈਜ਼ ਟੂ ਟੈਰਰਿਸਟ ਮੂਵਮੈਂਟਸ ਲਾਈਕ ਬੱਬਰ ਖਾਲਸਾ ਇਨ ਦ ਸੈਕੰਡ ਡੈਕੇਡ ਐਂਡ ਰੀਸੈਂਟਲੀ ਇੰਦਰਾ ਗਾਂਧੀ ਵਾਸ ਕਿਲਡ as a result of terrorist wave under the leadership of Pindrawale and long hit list is yet to be। ਹੁਣ ਤੁਸੀਂ ਇਹ ਦੇਖੋ, ਇਹ ਹੈ ਆਈਡੀਅਲੋਗ ਦਾ ਕੰਮ ਕਿ ਉਹਨੇ ਇੰਦਰਾ ਗਾਂਧੀ ਨੂੰ ਕਿਵੇਂ ਡਿਫੈਂਡ ਕੀਤਾ ਜੀ। ਫਿਰ ਸਿੱਖਾਂ ਨੂੰ ਬੇਸਿਕਲੀ ਉਹਨੇ ਕਿਹਾ ਵੀ ਇਹ ਖਾਲਸੇ ਮਤ ਬਣੋ, ਬਾਕੀ ਤੁਸੀਂ ਹਿੰਦੂਆਂ ਦਾ ਹਿੱਸਾ ਹੈਗੇ ਹੋ। ਉਹ ਸ਼ਾਰਟ ਟਰਮ ਮੁਸਲਮਾਨਾਂ ਦੇ ਖਿਲਾਫ ਸੀ, ਹੁਣ ਮੁਸਲਮਾਨ ਅਸੀਂ ਕੱਢ ਦਿੱਤੇ ਨੇ, ਹੁਣ ਤੁਹਾਡੀ ਲੋੜ ਨਹੀਂ ਹੈ ਔਰ ਇਹ ਜੋ ਤੁਸੀਂ ਕਰ ਰਹੇ ਹੋ ਈਵਨ ਇਹ ਸਾਰਾ ਤੁਹਾਡਾ ਟੈਰਰਿਜ਼ਮ ਹੀ ਹੈ। ਤੁਸੀਂ ਈਵਨ ਹਥਿਆਰ ਰੱਖਦੇ ਹੋ, ਭੀੜ ਦਾ ਤੁਸੀਂ ਮੁਕਾਬਲਾ ਕੀਤਾ ਕਿਸੇ ਥਾਂ ਦੇ ਉੱਤੇ, ਇਹ ਵੀ ਤੁਸੀਂ ਬਹੁਤ ਮਾੜਾ ਕੰਮ ਕੀਤਾ, ਇਹ ਤੁਹਾਡੀ ਸਿੱਖੀ ਟ੍ਰੈਡੀਸ਼ਨ ਦੇ ਮੁਤਾਬਕ ਨਹੀਂ। ਫਿਰ I used to imagine that Sikh community has freed itself from illiteracy, ignorance, frustration and defeatism in which it was in the 5th decade of 19th century after losing its freedom and which was exploited by cunning British imperialists and selfish Sikh elites for their selfish interest। ਕਹਿੰਦਾ ਮੈਂ ਤਾਂ ਸਮਝਦਾ ਸੀ ਕਿ ਸਿੱਖ ਜਿਹੜੇ ਨੇ ਉਹ ਆਪਣੀ ਅਨਪੜ੍ਹਤਾ, ਗਿਆਨਤਾ, ਉਹਨਾਂ ਦੀ ਉਦਾਸੀ, ਫਰਸਟ੍ਰੇਸ਼ਨ ਔਰ ਹਾਰ ਬਿਰਤੀ ਚੋਂ ਜਿਹੜਾ ਉਹਨਾਂ ਦਾ ਰਾਜ ਅੰਗਰੇਜ਼ਾਂ ਨੇ ਖੋਇਆ ਉਦੋਂ ਪੈਦਾ ਹੋਈ ਸੀ, ਉਹ ਨਿਕਲ ਗਏ ਨੇ। ਪਰ it is clear that in the 8th decade Sikhs adorning the places of high responsibility represent highly educated, laborious, vigilant, relatively rich, enlightened and active section of Indian society in every walk of life। ਉਹਨੇ ਕਿਹਾ ਜੀ ਇਹ ਤਾਂ 19ਵੀਂ ਸਦੀ ਦੀ ਗੱਲ ਸੀ, ਅੱਜ ਤਾਂ ਸਿੱਖ ਸਾਰੇ ਪਾਸੇ ਛਾਏ ਹੋਏ ਨੇ, ਪਰ ਇਹ ਜਿਹੜਾ in 19th century their experiences and vision was limited to the boundaries of the then Punjab, but today they are spread not only throughout India but throughout the world, and they are in a situation to directly know the conspiracies of big powers which are being hatched against independent and united India, rising strongly in the world in such an advantageous situation they should know their historical development as an integral part of India। ਇਹ ਕਹਿੰਦਾ ਹੈ ਕਿ ਉਦੋਂ ਤਾਂ ਚਲੋ ਸੀ 19ਵੀਂ ਸਦੀ ਦਾ ਤੁਸੀਂ ਪੰਜਾਬ 'ਚ ਸੀ, ਅੱਜ ਤਾਂ ਦੁਨੀਆ ਭਰ 'ਚ ਸਿੱਖ ਹੋ। ਤੁਹਾਡੇ ਬੁੱਧੀਜੀਵੀਆਂ ਨੂੰ ਕਿਉਂ ਨਹੀਂ ਸਮਝ ਆਉਂਦੀ ਕਿ ਤੁਸੀਂ ਜਿਹੜਾ ਉਹ ਭਾਰਤ ਦਾ ਹਿੱਸਾ ਹੋ, ਇੰਟੈਗਰਲ ਪਾਰਟ ਆਫ ਇੰਡੀਆ ਹੋ, ਤੁਸੀਂ ਆਪਣਾ ਇਹ ਜਿਹੜਾ ਸੈਪਰੇਟਿਜ਼ਮ ਔਰ ਆਪਣਾ ਅਲੱਗ ਖਾਲਸਾ ਔਰ ਅਲੱਗ ਧਰਮ ਇਹ ਜਿਹੜਾ ਇਹ ਤੁਸੀਂ ਬਹੁਤ ਗੁਨਾਹ ਕਰ ਰਹੇ ਹੋ। Such a re-evaluation of history will give them the opportunity to see many wrong formulations of their own religion and past which has been systematically drilled into their brains by wrong and distorted historical writings by British administrators and intellectuals about nature and development of their religion। Such an attempt will take them to their real roots। ਹੁਣ ਇਹ ਉਹਨੇ ਵਾਰਨਿੰਗ ਦਿੱਤੀ ਹੈ ਕਿਉਂਕਿ ਪਹਿਲਾਂ ਹੀ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਹੁਣ ਤੁਹਾਨੂੰ ਇਹ 8 ਨਵੰਬਰ ਨੂੰ ਕਹਿ ਰਿਹਾ ਕਿ ਤੁਹਾਨੂੰ ਸਬਕ ਸਿਖਾਤਾ ਸਾਰੇ ਭਾਰਤ, ਹੁਣ ਸੋਲ ਸਰਚ ਕਰੋ, ਆਪਣੇ ਅੰਦਰ ਲੱਭੋ। ਔਰ ਇਹ ਉਹਨੇ ਦਿੱਤਾ। ਉਹਨੇ ਕਿਹਾ ਜੀ ਆ ਜਿਹੜੀ ਹੁਣ ਤੁਹਾਨੂੰ ਅਸੀਂ ਹਕੀਕਤ ਦੱਸੀ ਹੈ ਵੀ ਤੁਹਾਡੇ ਨਾਲ ਕੀ ਹੋਣਾ, ਇਹਨੂੰ ਹੁਣ ਆਪਣੇ ਮੱਦੇ ਨਜ਼ਰ ਰੱਖੋ ਔਰ ਆਪਣੇ ਧਰਮ ਬਾਰੇ ਦੇਖੋ ਵੀ ਕਿਹੜੀਆਂ ਗਲਤ ਚੀਜ਼ਾਂ ਤੁਹਾਡੇ ਦਿਮਾਗਾਂ 'ਚ ਘਸੋੜੀਆਂ ਹੋਈਆਂ ਕਿ ਤੁਸੀਂ ਰਾਜ ਕਰਨਾ ਹੈ, ਤੁਸੀਂ ਅੱਡ ਧਰਮ ਹੋ, ਤੁਹਾਡਾ ਫਲਸਫਾ ਹਿੰਦੂਆਂ ਤੋਂ ਵੱਖਰਾ ਹੈ। ਇਹਨਾਂ ਸਾਰੀਆਂ ਨੂੰ ਸਾਫ਼ ਕਰੋ ਕਿਉਂਕਿ ਇਹ ਉਹਨਾਂ ਨੇ ਪੜ੍ਹੀਆਂ ਹੋਈਆਂ ਨੇ ਔਰ ਸੱਚ ਐਨ ਅਟੈਂਪਟ ਵਿਲ ਟੇਕ them ਟੂ देयर ਰੀਅਲ ਰੂਟਸ। ਜੇ ਤੁਸੀਂ ਇਹ ਕਰੋਗੇ ਤਾਂ ਫਿਰ ਆਪਣੀਆਂ ਜੜ੍ਹਾਂ ਤੱਕ ਪਹੁੰਚ ਜਾਓਗੇ। This is the time that our Sikh brothers should search their hearts so that they can get rid of
this false description inserted by British imperialists and power greedy opportunist people into their basic religious nature. ਇਹ ਹੈ ਕਿ ਵੀ soul search ਕਰੋ ਔਰ ਦੇਖੋ ਕਿ ਵੀ ਤੁਸੀਂ ਹਿੰਦੂ ਹੋ। ਇਸ ਤੋਂ ਬਿਨਾਂ removal of such false descriptions is necessary to bridge the gulf of distrust and alienation between two communities of similar destiny, nature and similar tradition. ਉਹਨੇ ਵਾਰਨਿੰਗ ਦੇ ਦਿੱਤੀ ਕਿ ਜੇ ਹੁਣ ਤੁਸੀਂ ਹਿੰਦੂਆਂ ਦਾ ਟਰਸਟ ਲੈਣਾ ਤੇ ਫਿਰ ਵਾਪਸ ਹਿੰਦੂ ਬਣਨਾ ਪਏਗਾ। ਇਹ ਸਾਡੀਆਂ ਸਾਂਝੀਆਂ ਟ੍ਰੈਡੀਸ਼ਨਸ ਨੇ, ਡੈਸਟਨੀ ਹੈ, ਨੇਚਰ। ਆਈ ਐਮ ਅਫਰੇਡ that without such a self-introspection and re-evaluation of history, they would not be able to live with peace among themselves and with among the other countrymen. ਉਹਨੇ ਕਿਹਾ ਜੀ ਜੇ ਤੁਸੀਂ ਇਹ ਨਹੀਂ ਕਰਦੇ ਹੁਣ ਤੁਸੀਂ ਇੱਥੇ ਰਹਿ ਨਹੀਂ ਸਕਦੇ ਸ਼ਾਂਤੀ ਦੇ ਨਾਲ, ਨਾ ਤੁਸੀਂ ਆਪਣੇ ਆਪ ਸ਼ਾਂਤ ਹੋਵੋਗੇ ਕਿਉਂਕਿ ਅਸੀਂ ਤੁਹਾਨੂੰ ਰਹਿਣ ਨਹੀਂ ਦੇਣਾ, ਹੁਣ ਤੁਹਾਨੂੰ ਅਸੀਂ ਜਿਉਣ ਨਹੀਂ ਦੇਣਾ ਹੈ। A disinterested analysis of their own enlightened interest will be enough to make them understand that their fate is individually linked with the destiny of India. ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਰ ਇੱਕ ਦੀ ਕਿਸਮਤ ਜਿਹੜੀ ਅਲਟੀਮੇਟਲੀ ਭਾਰਤ ਦੇ ਨਾਲ ਜੁੜੀ ਹੋਈ ਹੈ। Such an understanding will save them from falling prey to the disruptive and destructive interests of foreign powers. ਇਹ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ ਫਿਰ ਉਹ ਸਿੱਖਾਂ ਨੂੰ ਵਰਤ ਨਹੀਂ ਸਕਣਗੀਆਂ ਔਰ ਫਿਰ ਉਹਨੇ ਜਿਹੜਾ ਆਪਣੇ ਆਪ ਨੂੰ ਵੈਲ ਵਿਸ਼ਰ ਕਹਿ ਕੇ ਫਿਰ ਐਂਡ 'ਚ ਜਿਹੜਾ ਉਹਦਾ ਪੈਰਾਗ੍ਰਾਫ ਹੈ ਜਿਹਦੇ 'ਚ ਉਹਨੇ ਰਾਜੀਵ ਗਾਂਧੀ ਜਿਹਨੇ ਇਹ ਸਾਰੀ ਆਰਡਰ ਕੀਤੀ ਨਸਲਕੁਸ਼ੀ, ਇੰਦਰਾ ਗਾਂਧੀ ਨੂੰ ਤਾਂ ਟ੍ਰਿਬਿਊਟ ਦਿੱਤੀ ਸੀ। ਹੁਣ ਇਹ RSS ਦਾ ਆਈਡੀਆਲੋਗ ਹੈ ਜਿਹੜੇ ਅੱਜ ਵੀ ਕਹਿੰਦੇ ਨੇ ਜੀ ਕਾਂਗਰਸ ਨੇ ਕੀਤਾ, BJP ਜਾਂ RSS ਦਾ ਤਾਂ ਨਹੀਂ ਰੋਲ ਹੈ। ਇਹ ਕਾਫੀ ਹੈ ਸਮਝਣ ਦੇ ਲਈ ਵੀ ਇਹਨਾਂ ਦਾ ਕੀ ਰੋਲ ਹੈ। ਲਾਸਟਲੀ, ਇਟਸ ਨਾਟ ਟੂ ਡਿਨਾਈ ਦਾ ਟਰੂਥ that sudden removal of Indira Gandhi from Indian political scene has created a dangerous void in the Indian common life. ਕਿ ਭਾਰਤ ਦੇ ਲੋਕਾਂ ਦੇ ਜੀਵਨ 'ਚ ਇੱਕ ਬਹੁਤ ਵੱਡਾ ਖਲਾਅ ਆ ਗਿਆ ਇੰਦਰਾ ਗਾਂਧੀ ਦੇ ਜਾਣ ਤੋਂ ਬਾਅਦ। But India has always displayed a characteristic inner strength in the moments of such crisis and uncertainty. ਹੁਣ ਇਹਦੇ ਕੋਈ ਸ਼ਬਦ ਨਹੀਂ ਹੈ ਵੀ ਨਵੰਬਰ 'ਚ ਇਹ ਕੀ ਚੱਲ ਰਿਹਾ ਇਸ ਹਫ਼ਤੇ 'ਚ। ਇਹਨੂੰ ਕ੍ਰਾਈਸਿਸ ਲੱਗ ਰਿਹਾ ਕਿ ਇੰਦਰਾ ਗਾਂਧੀ ਦੇ ਜਾਣ ਨਾਲ ਕ੍ਰਾਈਸਿਸ ਆ ਗਿਆ, ਇੱਕ ਗੈਪ ਆ ਗਿਆ। ਔਰ ਉਹਨੇ ਕਿਹਾ ਕਿ ਭਾਰਤ ਦੇ ਵਿੱਚ ਬੜੀ ਤਾਕਤ ਹੈ ਕਿ ਵੀ ਉਹ ਅਕੋਰਡਿੰਗ ਟੂ ਆਵਰ ਟ੍ਰੈਡੀਸ਼ਨ responsibility of power has been placed on the inexperienced shoulders of relatively young person in a lively and peaceful manner. ਕਿ ਬੜੇ ਲਾਈਵਲੀ ਔਰ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਸੰਘਾਸਨ ਹੈ ਉਸ ਦੇ ਉੱਤੇ ਰਾਜੀਵ ਗਾਂਧੀ ਨੂੰ ਬਿਠਾ ਦਿੱਤਾ ਗਿਆ। ਇਹ ਹਜ਼ਾਰਾਂ ਸਿੱਖਾਂ ਦਾ ਖੂਨ ਜਿਸ ਦਾ ਤਿਲਕ ਲਾ ਕੇ ਉਹ ਬੈਠਾ ਇਹਨੂੰ ਆਈਡੀਆਲੋਗ ਨੂੰ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਹੀ ਇਹ ਵਲੰਟੀਅਰ ਦਿੱਤੇ, ਕਾਂਗਰਸ ਦੇ ਨਾਲ ਰਲ ਕੇ ਇਹਨਾਂ ਨੇ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਕੀਤੀ। ਇਟ ਵਿਲ ਬੀ ਹੇਸਟੀ ਟੂ ਜੱਜ ਦਾ ਪੋਟੈਂਸ਼ੀਅਲਿਟੀਜ਼ ਆਫ ਹਿਸ ਲੀਡਰਸ਼ਿਪ ਐਟ ਦਿਸ ਟਾਈਮ। ਵੀ ਸ਼ੁੱਡ ਗਿਵ ਹਿਮ ਸਮ ਟਾਈਮ ਟੂ ਸ਼ੋ ਹਿਸ ਐਬਿਲਿਟੀ। ਕਿ ਅਜੇ ਰਾਜੀਵ ਗਾਂਧੀ ਦੀਆਂ ਯੋਗਤਾਵਾਂ ਦਾ ਤਾਂ ਪਤਾ ਨਹੀਂ ਹੈ ਪਰ ਸਾਨੂੰ ਉਹਨੂੰ ਕੁਝ ਮੌਕਾ ਦੇਣਾ ਚਾਹੀਦਾ ਹੈ। ਔਨ ਸੱਚ ਚੈਲੰਜਸ ਜੰਕਚਰ ਆਫ ਦਾ ਕੰਟਰੀ, in the meanwhile, he is entitled to get full cooperation and sympathy from the countrymen, though they may belong to any language, religion, caste or political belief. ਇਹ ਵਾਰਨਿੰਗ ਹੈ ਉਹਨੇ ਕਿਹਾ ਜੀ ਭਾਰਤ ਭਰ ਦੇ ਲੋਕ ਭਾਵੇਂ ਉਹਨਾਂ ਦੀ ਕੋਈ ਜ਼ਬਾਨ ਹੋਏ, ਕੋਈ ਧਰਮ ਹੋਏ, ਮਤਲਬ ਹੈ ਸਿੱਖ ਔਰ ਮੁਸਲਮਾਨ, ਈਸਾਈ ਵੀ, ਜ਼ਾਤ ਕੋਈ ਹੋਏ, ਸਿਆਸੀ ਬਲੀਫ ਕੋਈ ਹੋਏ, ਉਹ ਰਾਜੀਵ ਗਾਂਧੀ ਨੂੰ ਪੂਰੀ ਹਮਾਇਤ ਦਿਓ। in the capacity of non-political constructive worker, ਕਿ ਜੀ ਮੈਂ ਤਾਂ ਸਿਆਸੀ ਨਹੀਂ ਹਾਂ, ਮੈਂ ਤਾਂ ਇੱਕ constructive worker ਦੇ ਨਾਤੇ I only hope and pray that God bless him with more mature, balanced inner strength and ability to give an impartial government to the people so that he can take the country to real prosperous unity and glory. Guru Nanak Divas, November 8, 1984, ਨਾਨਾ ਦੇਸ਼ਮੁਖ ਹੈ ਜੀ। ਮੈਂ ਪ੍ਰੇ ਕਰਦਾ ਕਿ ਰੱਬ ਜਿਹੜਾ ਰਾਜੀਵ ਗਾਂਧੀ ਨੂੰ ਜਿਹੜਾ ਬਹੁਤ ਸਿਆਣਪ ਦੇ ਔਰ ਇਨਰ ਸਟਰੈਂਥ ਦੇ ਔਰ ਉਹ ਇੰਪਾਰਸ਼ਲ ਜਿਹੜੀ ਹੈ ਨਿਰਪੱਖ ਸਰਕਾਰ ਜਿਹੜੀ ਨਿਰਪੱਖਤਾ ਉਹਨੇ ਤਖਤ ਤੇ ਬੈਠਦਿਆਂ ਦਿਖਾਈ ਹੈ। ਸੋ ਇਹ ਹਕੀਕਤ ਹੈ ਕਿ ਇਸ ਨਸਲਕੁਸ਼ੀ ਔਰ ਇਹ ਸਾਰੀ ਨੀਤੀ ਜਿਹੜੀ ਸਿੱਖ ਮਾਰੂ ਚੱਲੀ ਕਿਵੇਂ RSS ਨੇ ਪਿੱਛੇ ਬੈਠ ਕੇ ਜਿਹੜਾ ਇਸ ਸਾਰੇ ਨੂੰ ਲੀਡ ਕੀਤਾ। ਪਰ ਅਖੀਰ 8 ਨਵੰਬਰ 1984 ਨੂੰ ਇਹਨਾਂ ਦੇ ਆਈਡੀਆਲੋਗ ਨੇ ਬਿੱਲੀ ਥੈਲੇ ਤੋਂ ਬਾਹਰ ਕੱਢ ਦਿੱਤੀ, ਦੱਸਦੇ ਆ ਕਿ ਭਾਈ ਇਹਨਾਂ ਦਾ ਅਸਲੀ ਨਿਸ਼ਾਨਾ ਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।